ਤੇ ਸਾਡੇ ਪੈਸੇ ਨਾਲ ਨਹੀਂ ਅਸੀਂ ਖਰੀਦ ਸਕਦੇ ਤੇ ਸਾਨੂੰ ਇਨਸਾਫ ਕਰ। अस्सलाम वालेकुम, मैं हूं आपका मेज़बान वाजिद और आप देख रहे हैं खबर ऑनलाइन। आज मैं एक ऐसा वाक़या आपके सामने रखने जा रहा हूं कि बेटी को मारा गया, शहीद किया गया और उनकी वालदा के मोबाइल से बेटी के मोबाइल में मैसेज आते हैं कि हार के एक दिन जीत होगी। देखते हैं आखिरकार मामला क्या था। वालिद भी मौजूद है और वालदा भी मौजूद है, जानेंगे। अस्सलाम वालेकुम सर, वालेकुम, क्या हाल चाल? ठीक है जनाब। जो ਵੇਖਿਆ ਅਸੀਂ ਸੁਣਿਆ ਕੀ ਕਹਿੰਦੇ ਹੋ ਤੁਸੀਂ? ਅਸੀਂ ਕਹਿੰਦੇ ਆ ਵੀ ਮਾਰੇ ਗਏ ਨੇ ਸਾਡੇ ਬੱਚੇ, ਆਪਦੇ ਆਈ ਨਾਲ ਨਹੀਂ ਮਰੇ, ਮਾਰੇ ਗਏ ਨੇ ਤੇ ਸਾਨੂੰ ਸਿਰਫ ਇਹਦਾ ਇਨਸਾਫ ਚਾਹੀਦਾ। ਆਈ ਜੀ ਪੰਜਾਬ ਨੂੰ ਵੀ ਦਰਖਾਸਤ ਕਰਨੇ ਆ ਵੀ ਅਸੀਂ ਮਾੜੇ ਆ ਤੇ ਸਾਡੇ ਪੈਸੇ ਨਾਲ ਨਹੀਂ ਅਸੀਂ ਖਰੀਦ ਸਕਦੇ ਤੇ ਸਾਨੂੰ ਇਨਸਾਫ ਕਰ। नहीं, शादीशुदा सन कितना टाइम हो गया सी? उसे दिन पहली रात ही दुल्हन दूल्हा पहली रात आपके कमरे में दाखिल ने, पहली रात ही ना मार से मार देते ने। मेरी बच्ची ते मेरा भतीजा पहली रात शाम की जान तो बाद डोली। पहली रात थी, मामला पेश आया, बहुत संगीन है। देखेंगे आज सब की कहते हो वो कहते ने जनरेटर ना फौत होए ने, एडा कुछ जनरेटर है अति जनरेटर अंदर नहीं वेख्या, जो जगह कढ़े असी अंदरों अति जनरेटर नहीं वेख्या। वो कहते ने भी 12 बजे तो बाद मुंडे ने जनरेटर अंदर चलाया है, बत्ती के चली गई तो मुंडे जनरेटर चलाया, असी पुत्र ने जनरेटर वेख्या। किना ने क्या कि जनरेटर अंदर चलाया? मेरे भाई कहते ने भी जनरेटर अंदर किना मारे जनरेटर वहां अंदर जनरेटर गया तो बात है ਤੇ ਨਾ ਦਿਨ ਵੇਖਿਆ। सुबह जाके अंदर गया असि नहीं पुत्र जनरेटर वेख्या। एडा कुछ जनरेटर बाहर दरवाजे दे अगे बरांडे विच पिया है। वो कहते ने राती बात 12 बजे पिछे ना चुक के अंदर लै गया। और मेरे अल्लाह नू पता है बेटा, सानू नहीं पता। असा जाके ना सुबह 4:30 बजे मेरे बेटियां कुड़ियां ने भैन नू बिठावन, उठने कोई वजू करो, कोई आदा उठो, गया ते दरवाजे दे अगे मेरे पुत्र दे भतीजे दे पैर लगे ने, डिग्गा पिया। मेरी धी दे सीने ते सिर है, मेरी धी 4 पाई ते पई है नौ निसल सुहागरा वाला सूट पा के ਅਸੀਂ ਜਾ ਕੇ ਮਰੀ ਪੁੱਤਰ ਅੰਦਰੋਂ ਕੱਢ ਲਏ। ਹੋਰ ਸਾਨੂੰ ਲਾ ਦੇ ਧਮਕੀਆਂ ਵੀ ਅੱਗੇ ਅਸੀਂ ਉਹਨਾਂ ਨੂੰ ਮਾਰਤਾ ਤੇ ਤੁਹਾਡੇ ਨਾਲ ਵੀ ਕਰ ਲਾਂਗੇ ਗੱਲ। ਧਮਕੀਆਂ ਕੌਣ ਲਾਉਂਦੇ ਨੇ? ਉਹੀ ਘਰ ਵਾਲੇ ਜਿਨ੍ਹਾਂ ਮਾਰੇ ਨੇ, ਜਿਨ੍ਹਾਂ ਨੇ ਮਾਰੇ ਨੇ। ਹਾਂਜੀ, ਉਹ ਧਮਕੀਆਂ ਲਾਉਂਦੇ ਨੇ ਵੀ ਸਾਡਾ ਕੀ ਕਰ ਸਕਦੇ, ਅੱਗੇ ਕੀ ਕਰ ਲਿਆ ਜੇ ਤੇ ਹੁਣ ਕੀ ਕਰ ਲਓਗੇ, ਤੁਹਾਡੇ ਤੇਰੇ ਨਾਲ ਵੀ ਨਿਬੜ ਲੈਣੇ। ਉਹ ਦਿਨ ਕੋਈ ਡਾਕਟਰ ਨਾ ਆਏ, ਸਾਡੀ ਕਬਰ ਕਸ਼ਾਈ ਨਾ ਹੋਈ, ਬਾਹਰ ਲੋਕਾਂ ਕਬਰ ਕੁਸ਼ਾਈ ਵੀ ਹੋਈ ਸੀ। ਹੁਣ ਹੋਈ ਹੈ, ਅੱਜ ਤਾਂ 5ਵਾਂ ਚੌਥਾ ਦਿਨ ਕਬਰ ਕਸ਼ਾਈ ਹੋਈ ਨੂੰ। ਉਸ ਤੋਂ ਪਹਿਲੇ ਸਾਨੂੰ ਆਰਡਰ ਹੋਇਆ ਸੀ ਵੀ 12 ਤਰੀਕ ਦਾ 26 ਤਰੀਕ ਦਾ ਕਬਰ ਕਸ਼ਾਈ ਹੋਵੇ ਤੇ ਡਾਕਟਰ ਵੀ ਆ, ਡਾਕਟਰ ਇੱਕ ਨਾ ਆਇਆ, ਕਬਰ ਕਸ਼ਾਈ ਸਾਡੀ ਨਾ ਹੋਈ। ਕਬਰ ਕੁਸ਼ਾਈ ਹੋਈ, ਮੌਜਜ਼ਾ ਹੋਏਗਾ ਸੀ ਇੱਕ, ਤੂੰ ਵੇਖਿਆ ਹੈ ਕੀ ਨਜ਼ਾਰਾ? ਪਹਿਲੇ ਦਿਨ ਸਾਡੀ ਕਬਰ ਕਸ਼ਾਈ ਹੋਣੀ ਸੀ, ਕੋਈ ਡਾਕਟਰ ਨਾ ਆਇਆ, ਪੁਲਿਸ ਨਾ ਕਬਰ ਕਸ਼ਾਈ ਹੋਈ। ਬਾਅਦ ਲੋਕਾਂ ਨੂੰ ਕਹਿਣ ਲੱਗੇ ਹੁਣ ਕੀ ਕਰ ਸਕਦੇ ਹਾਂ, ਸਵਾਸ ਹੀ ਪਟਵਾਉਣਾ ਕਬਰ ਕਰਕੇ ਲੈਣ ਸਾਡਾ ਕਬਰ ਪਟਵਾ ਕੇ। ਅਸੀਂ ਪੁੱਤਰ ਗਰੀਬ ਆ, ਨਾ ਅਸੀਂ ਕਿਸੇ ਦੀ ਗੱਲ ਪੈ ਸਕਨੇ ਆ, ਨਾ ਅਸੀਂ ਕਿਤੇ ਅਗਾ ਪੈਸਾ ਲਾ ਸਕਨੇ ਆ। ਸਾਡੀ ਅੱਜ ਦੀ ਹੈ, ਅੱਜ ਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਡੀ ਬੱਚੀ ਕਿਸ ਤਰ੍ਹਾਂ ਮਰੀ ਹੈ, ਸਾਡੀ ਬੱਚੀ ਨੂੰ ਕੀ ਵਾਕਿਆ ਬਣਿਆ ਹੈ, ਅਸੀਂ ਪੁੱਤਰ थक गए हैं। मेरा बच्चा मजदूर है। नाज़रीन, हमारे साथ उस बहन का भाई भी मौजूद है जिन्होंने कब्र कुशाई के दौरान खुद कब्र खुदाई की। इन्होंने जानेंगे इनसे क्या मामलात थे उस टाइम। अस्सलाम वालेकुम। वालेकुम सलाम। क्या हाल चाल? शुक्र अल्लाह। नाम तारा की? इमरान जी। इमरान भाई, मौजज़ा हैगा सी, ਤੁਸੀਂ ਆਪ ਕਬਰ ਕੁਸ਼ਾਈ ਕੀਤੀ ਹੈ? ਮੈਂ ਆਪ ਕਬਰ ਕਸ਼ਾਈ ਕੀਤੀ, ਮੇਰੇ ਨਾਲ ਮੈਂ ਸਾਂ ਤੇ ਮੇਰੇ ਨਾਲ ਭਾਈ ਅੰਬਰ ਸਨ। ਅਸੀਂ ਦੋਵਾਂ ਨੇ ਕਬਰ ਕਸ਼ਾਈ ਕੀਤੀ ਹੈ। ਪਰ ਜਦੋਂ ਪਹਿਲਾ ਟੱਪਾ ਮਾਰਿਆ ਪਰ ਸਾਡੇ ਦੋਵਾਂ ਦਾ ਦਿਲ ਡਰਦਾ ਸੀ, ਪਤਾ ਨਹੀਂ ਅੰਦਰ ਕੀ ਮਨਜ਼ਰ ਹੋਵੇਗਾ। ਪਰ ਅਸੀਂ ਆਦੇ ਪੀਰਾਂ ਨੂੰ ਫੋਨ ਕੀਤਾ ਜੀ, ਬਾਬਾ ਜੀ ਇਹ ਗੱਲ ਹੈ ਤੇ ਆਹ ਬਾਤ ਹੈ ਤੇ ਕੀ ਕਰੀਏ। ਉਹਨੇ ਕਿਹਾ ਪੁੱਤ ਤੁਸੀਂ ਪੱਟੋ, ਕੋਈ ਨਹੀਂ ਅੱਲਾ ਖੈਰ ਕਰੇਗਾ। ਫਿਰ ਨਹੀਂ ਸਾਡਾ ਦਿਲ ਡਰਿਆ, ਅਸੀਂ ਫਿਰ ਪੱਟੀ ਗਏ। ਅਸੀਂ ਉੱਥੇ ਸਲੈਬਾਂ ਤੱਕ ਪਹੁੰਚੇ ਹਾਂ ਤੇ ਫਿਰ ਅਸੀਂ ਵਿਚਲੀ ਸਲੈਬ ਪੁੱਟੀ ਹੈ ਤੇ ਵੇਖਿਆ ਮੰਜ਼ਰ, ਮੈਂ ਆਦੀ ਭੈਣ ਦਾ ਕਫਨ ਉਵੇਂ ਚਿੱਟਾ, ਕਿਸੇ ਅੰਬਰ ਦੀ ਕੋਈ ਸਮੈਲ ਨਹੀਂ, ਅੰਦਰੋਂ ਮੈਨੂੰ ਠੰਡੀ ਹਵਾ ਹੀ ਆਈ ਤੇ ਮੈਂ ਹੀ ਪਹਿਲੇ ਥੱਲੇ ਅੰਦਰ ਗਿਆ, ਪਰ ਮੈਨੂੰ ਕੋਈ ਸੇਕ ਨਹੀਂ, ਕੋਈ ਕਿਸੇ ਉਮਰ ਦਾ ਕੀੜਾ ਤੱਕ ਨਹੀਂ ਸੀ। ਕੀੜੀ ਕੀ ਹੁੰਦੀ ਉਹ ਵੀ ਨਹੀਂ ਸੀ ਵੇਚੇਗੀ। ਕੀ ਮਾਮਲਾਤ ਹੋਏ ਉਹਨਾਂ ਨੇ? ਤੁਸੀਂ ਕੀ ਕਹਿੰਦੇ ਹੈਗੇ ਹੋ ਕਿ ਕਹਿੰਦੇ ਨੇ ਕਿ ਜਨਰੇਟਰ ਲਾਇਆ ਸੀ ਕਮਰੇ 'ਚ? ਵੇਖੋ ਨਾ, ਅਸੀਂ ਤੰਦੂਰ ਦਾ ਕੰਮ ਕਰਦੇ ਸਾਂ, ਮੇਰੇ ਨਾਲ ਸ਼ਰਾਫਤ ਵੀ ਤੰਦੂਰ ਦਾ ਹੀ ਕੰਮ ਕਰਦਾ ਸੀ ਜਿਹੜਾ ਫੌਤ ਹੋਇਆ ਮੇਰਾ ਭਰਮਈਆ। ਪਰ ਉਹ ਤੰਦੂਰ, ਅਸੀਂ ਗੈਸ ਦੇ ਵਿੱਚ ਰਹਿਣ ਵਾਲੇ ਬੰਦੇ, ਸਾਨੂੰ 100 ਪਾਵਰ ਦਾ ਜਨਰੇਟਰ ਕੀ ਆਉਂਦਾ। ਪਰ ਉਸ ਘਰ 'ਚ ਗ੍ਰਿਲ ਵੀ ਲੱਗੀ ਸੀ ਉਸ ਕਮਰੇ 'ਚ, ਫਿਰ ਉੱਥੇ ਰੋਸ਼ਨਦਾਨ ਵੀ ਹੈਗਾ ਸੀ 4 ਫੁੱਟ ਦਾ। ਉੱਥੇ ਕੀ ਆ, ਜਨਰੇਟਰ ਤਾਂ ਹੈ ਹੀ ਬਾਹਰ ਸੀ।
ਜਨਰੇਟਰ ਅੰਦਰ ਹੈ ਹੀ ਨਹੀਂ ਸੀ, ਅਸੀਂ ਵੇਖਿਆ ਹੀ ਨਹੀਂ ਅੰਦਰ। ਸਭ ਤੋਂ ਪਹਿਲਾਂ ਤਾਂ ਮੇਰੀ ਭੈਣ ਨੇ ਜਾ ਕੇ ਦਰਵਾਜ਼ਾ ਕੁੱਟਿਆ, ਦਰਵਾਜ਼ਾ ਖੋਲ੍ਹਿਆ ਤੇ ਵੇਖਿਆ ਤੇ ਜਨਰੇਟਰ ਅੰਦਰ ਹੈ ਹੀ ਕੋਈ ਨਹੀਂ ਸੀ। ਇਨਸਾਫ ਦੇ ਵਾਲੇ ਨਾਲ ਗੱਲ ਕਰੋ ਕਿ ਇਨਸਾਫ ਆਈ ਹੁਣ ਤੱਕ ਕੀ ਤੁਹਾਨੂੰ ਮਿਲਿਆ ਇਨਸਾਫ? ਉਹ 4 ਮਹੀਨੇ ਮੈਂ ਅੱਗੇ ਦਾਲਦਾਂ ਹੀ ਧੱਕੇ ਖਾ ਕੇ 4 ਮਹੀਨਿਆਂ ਬਾਅਦ ਮੈਨੂੰ ਕਵਰ ਕਸ਼ਾਈ ਦੀ ਡੇਟ ਮਿਲੀ। ਉਸ ਤੋਂ ਬਾਅਦ 26 ਤਰੀਕ ਮਿਲੀ, 26 ਦੇਰ ਹੋ ਗਈ, ਲਓ ਜੀ ਡਾਕਟਰਾਂ ਦੀ ਟੀਮ ਨਹੀਂ ਬਣੀ। 26 ਤਰੀਕ ਤੋਂ ਬਾਅਦ ਹੁਣ 5ਵੇਂ ਮਹੀਨੇ ਦੀ ਗੱਲ ਹੈ ਤੇ 10ਵਾਂ ਮਹੀਨਾ ਜਾ ਰਿਹਾ। ਮੈਂ ਅਦਾਲਤਾਂ 'ਚ ਧੱਕੇ ਖਾਧੇ ਤੇ ਮੈਨੂੰ ਪਤਾ ਲੱਗਾ ਵੀ ਗਰੀਬਾਂ ਵਾਸਤੇ ਕੁਛ ਨਹੀਂ ਹੈਗਾ, ਪੈਸੇ ਵਾਲਿਆਂ ਵਾਸਤੇ ਸਭ ਕੁਛ ਹੈ। ਹੁਣ 10ਵੇਂ ਮਹੀਨੇ ਦੀ 4 ਤਰੀਕ ਦੀ ਕਵਰ ਕਸ਼ਾਈ ਹੋਈ, ਉਹਨਾਂ 3 ਹਫ਼ਤਿਆਂ ਦਾ ਟਾਈਮ ਦਿੱਤਾ ਜੀ, 3 ਹਫ਼ਤਿਆਂ ਬਾਅਦ ਤੁਹਾਨੂੰ ਰਿਪੋਰਟ ਮਿਲੇ। ਪਰ ਮੈਨੂੰ ਨਹੀਂ ਇਸ ਗੱਲ ਤੇ ਯਕੀਨ ਹੈਗਾ, ਜਿੱਥੇ 3 ਮਹੀਨੇ ਅੱਗੇ ਮੈਂ ਧੱਕੇ ਖਾਧੇ ਨੇ, ਮੈਨੂੰ ਨਹੀਂ ਲੱਗਦਾ ਮੇਰੀ ਰਿਪੋਰਟ ਵਿਕ ਜਾਵੇ ਸਾਡੀ। ਸਾਨੂੰ ਉਹ ਰਿਪੋਰਟ ਖਰੀਦ, ਜਿਨ੍ਹਾਂ ਨੂੰ ਆਦੀ ਮੌਤ ਦੀ ਬਣੀ ਹੋਵੇ ਤਾਂ ਉਹਨਾਂ ਦਾ ਖਰੀਦ ਹੀ ਲੈਣੀ। ਪਰ ਇਹ ਪਾਕਿਸਤਾਨ ਹੈ, ਇਹ ਪਾਕਿਸਤਾਨ 'ਚ ਕੋਈ ਭਰੋਸਾ ਨਹੀਂ ਹੈਗਾ। ਪਾਕਿਸਤਾਨ ਰੁਪਈਏ ਤੇ ਹਜ਼ਾਰ ਬੰਦਾ ਵਿਕਦਾ ਪਿਆ। ਆਈਜੀ ਸਾਹਿਬ ਦੇਖ ਰਹੇ ਨੇ, ਸਾਰਾ ਪਾਕਿਸਤਾਨ ਦੇਖ ਰਿਹਾ ਹੈ, ਕੋਈ ਦਰਖਾਸਤ ਦੇਣੀ ਚਾਹੁੰਦੀ, ਕੋਈ ਅਪੀਲ ਕਰਨੀ ਚਾਹੁੰਦੇ ਹੋ? ਮੈਂ ਆਈਜੀ ਸਾਹਿਬ ਅੱਗੇ ਵੀ ਕਿੰਨੀ ਵਾਰ ਇੰਟਰਵਿਊ ਹੋਏ ਨੇ ਸਾਡੇ ਆਈ ਸਾਹਿਬ ਨੇ ਜਾਂ ਵਜ਼ੀਰ ਆਜ਼ਮ ਨੇ, ਕਿਸੇ ਨੇ ਵੀ ਇਸ ਗੱਲ ਦਾ ਐਕਸ਼ਨ ਨਹੀਂ ਲਿਆ। ਪਰ ਗਰੀਬਾਂ ਨਾ ਇਹ ਹੁਣੇ ਕੋਈ ਵਜ਼ੀਰ ਦੀ ਕਿਸੇ ਦੀ ਖਬਰ ਚੱਲ ਗਈ ਤੇ ਹੁਣੇ ਸਾਰੇ ਐਕਸ਼ਨ ਲੈ ਲੈਣ ਦੇ, ਪਰ ਸਾਡਾ ਵੀ ਕੋਈ ਐਕਸ਼ਨ ਲੈਣ। ਸਾਡੇ ਗਰੀਬ ਆਈ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ? ਅਸੀਂ ਦੇਣਾ ਚਾਹੁੰਦੇ ਬੇਟਾ ਸਾਨੂੰ ਇਨਸਾਫ ਚਾਹੀਦਾ, ਅਸੀਂ ਗਰੀਬ ਆ। ਸਾਨੂੰ ਸਾਰਾ ਜ਼ਮਾਨਾ ਇਹ ਗੱਲ ਕਹੀ ਜਾਂਦਾ ਹੈ, ਤੁਹਾਡੀ ਰਿਪੋਰਟ ਵਿਕ ਗਈ, ਤੁਹਾਡੀ ਰਿਪੋਰਟ ਵਿਕ ਗਈ, ਤੁਹਾਡੇ ਹੱਥੀਂ ਕੁਝ ਨਹੀਂ ਆਉਣਾ। ਉਹ ਅਮੀਰ ਨੇ, ਤੁਸੀਂ ਗਰੀਬ ਜੇ। ਉਹਨਾਂ ਦੇ ਨਾਲ ਪੁਲਿਸ ਵਾਲੇ ਬੰਦੇ ਨੇ, ਉਹਨਾਂ ਦੇ ਵਾਕਫ ਬੇਲੀ ਸੱਜਣ, ਤੁਸੀਂ ਇਨਪਾਰਟ ਬੰਦੇ ਜੇ, ਤੁਹਾਨੂੰ ਤੁਹਾਡੀ ਰਿਪੋर्ट विक गई, ਤੁਹਾਨੂੰ ਕੋਈ इंसाफ नहीं देना पाकिस्तान ने। जी तो नाज़रीन, ये था वो वाकया कि पुलिस इनका साथ नहीं दे रही। आखिरकार ये केस किस तरह हल होगा? आईजी साहब से दरख्वास्त है कि इनकी मदद की जाए, इनकी बेटी के लिए एक कमेंट कीजिएगा और इंसाफ के हवाले से ज़रूर बात कीजिएगा। इसी के साथ अपने मेहमान को इजाज़त दीजिएगा। अल्लाह हाफिज़।